ਐਕਸ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਮਾਮਲੇ ਦੇ ਵਿੱਚ ਜੋ ਫੈਸਲਾ ਸੁਣਾਇਆ ਗਿਆ। ਇਹ ਹੁਣੇ ਤਾਜ਼ਾ ਅਪਡੇਟ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਦੀ ਰੈਗੂਲਰ ਜ਼ਮਾਨਤ ਮੋਹਾਲੀ ਦੀ ਅਦਾਲਤ ਵਿੱਚ ਪਾਈ ਸੀ, ਸੈਸ਼ਨ ਅਦਾਲਤ ਦੇ ਵਿੱਚ ਜੀ, ਤੇ ਪਤਾ ਲੱਗਿਆ ਕਿ ਸੈਸ਼ਨ ਅਦਾਲਤ ਨੇ ਇਹ ਜਿਹੜੀ ਜ਼ਮਾਨਤ ਹੈ ਖਾਰਜ ਕਰ ਦਿੱਤੀ। ਸੋ ਇਸ ਕੇਸ ਦੇ ਵਿੱਚ ਵੀ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਕੀਤਾ, ਇਹਨੂੰ ਚੁਣੌਤੀ ਦੇਣ ਵਾਸਤੇ ਅਗਲਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਰੁਖ ਕਰਨਗੇ ਸੁਮੇਧ ਸਿੰਘ ਸੈਣੀ, ਜੋ ਹਾਲ ਹੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਲ ਜੋ ਸਮਝੌਤਾ ਹੋਇਆ ਉਸ ਨੂੰ ਲੈ ਕੇ ਲਗਾਤਾਰ ਇਹ ਮੁੱਦਾ ਗਰਮਾਉਂਦਾ ਜਾ ਰਿਹਾ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ, ਤਾਂ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਸਾਰਾ ਪੰਜਾਬ ਕੇਜਰੀਵਾਲ ਦੇ ਪੈਰਾਂ ਦੇ ਹੇਠ ਰੱਖ ਦਿੱਤਾ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵਾਲ ਚੱਕਿਆ ਕਿ ਪੰਜਾਬ ਦੇ ਅਧਿਕਾਰਾਂ ਨੂੰ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੋਡਿਆਂ 'ਚ ਧਰਤਾ। ਜਿਹੜੀ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਰਿਮੋਟ ਨਾਲ ਦਿੱਲੀ ਤੋਂ ਚੱਲੂਗੀ, ਤੁਸੀਂ ਤਾਂ ਸਹੀ ਪਾਤੀ ਉਹਦੇ ਤੇ। ਪਹਿਲਾਂ ਦੱਸੋ ਤਾਂ ਸਹੀ ਪੰਜਾਬ ਨੂੰ ਕਿ ਪੰਜਾਬ ਦਾ ਕਿਹੜਾ ਮਾਡਲ ਤੁਸੀਂ ਦਿੱਲੀ ਤੋਂ ਲਿਆਏ ਹੋ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰਨਾ ਹੈ। ਉਹਦਾ ਬਲੂਪ੍ਰਿੰਟ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖੋ। ਜੇ ਤੁਹਾਨੂੰ ਲੱਗਦਾ ਕਿ ਇਹ ਕੰਮਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਪਪੂਲੈਰਿਟੀ ਵੱਧ ਗਈ, ਕਰੋ ਵਿਧਾਨ ਸਭਾ ਭੰਗ, ਦੁਬਾਰਾ ਕਰਾਓ ਚੋਣ। ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਪੁੱਛ ਲਓ ਕਿ ਜਿਹੜਾ ਮਾਡਲ ਤੁਸੀਂ ਲਾਗੂ ਕਰਨ ਜਾ ਰਹੇ ਹੋ, ਪੰਜਾਬ ਦੇ ਲੋਕ ਇਹ ਚਾਹੁੰਦੇ ਨੇ, ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਨੇ। ਮਾਨ ਸਾਹਿਬ, ਪੰਜਾਬ ਦੀ ਫਿਤਰਤ ਹੈ, ਇਹ ਪੰਜਾਬੀ ਬੱਲੇ ਬੱਲੇ ਵੀ ਬਹੁਤ ਛੇਤੀ ਕਰਾਉਂਦੇ ਆ। ਸਿਮਰਨਜੀਤ ਮਾਨ ਨੂੰ 1999 ਦੇ ਵਿੱਚ ਬਹੁ ਗਿਣਤੀ ਲੋਕ ਸਭਾ ਦੀਆਂ ਸੀਟਾਂ ਜਿਤਾ ਕੇ ਭੇਜਤਾ ਸੀ, ਤੇ ਉਸ ਤੋਂ ਬਾਅਦ ਉਹੀ ਮਾਨ ਸੰਗਰੂਰ ਦੀ ਇੱਕ ਸੀਟ ਜਿੱਤ ਸਕਿਆ, ਆਪਦੀ ਪਾਰਟੀ ਨੂੰ ਕੁਝ ਨਹੀਂ ਕਰ ਸਕੇ। ਇਹ ਮੌਕਾ ਕਦੇ ਕਦੇ ਮਿਲਦਾ ਹੈ। ਢਿੱਲੋਂ ਜੀ, ਦੇਖਿਆ ਜਾ ਰਿਹਾ ਕਿ ਖੁਦਕੁਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਆਪ ਸਰਕਾਰ ਦੇ ਰਹਿੰਦੇ ਹੋਏ ਮੌਜੂਦਾ ਸਮੇਂ ਦੇ ਵਿੱਚ ਵੀ ਦੇਖਿਆ ਜਾ ਰਿਹਾ ਕਿ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਵੀ 2 ਖੁਦਕੁਸ਼ੀਆਂ ਹੋ ਗਈਆਂ ਨੇ। ਕੱਲ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਦਾ ਉਹ ਭਾਸ਼ਣ ਸੁਣਾਇਆ ਜਿਹਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ 1 ਅਪ੍ਰੈਲ ਤੋਂ ਬਾਅਦ ਕਿਸੇ ਤਰ੍ਹਾਂ ਦੀ ਪੰਜਾਬ 'ਚ ਕੋਈ ਖੁਦਕੁਸ਼ੀ ਨਹੀਂ ਹੋਵੇਗੀ। 1 ਅਪ੍ਰੈਲ ਨੂੰ ਆਪਾਂ ਮੂਰਖਾਂ ਦਾ ਦਿਨ ਕਹਿੰਦੇ ਆ, ਅਸੀਂ ਅਪ੍ਰੈਲ ਫੂਲ ਬਣਾਏ ਜਾਂਦੇ ਆ। ਇਹ ਕਿਤੇ 1 ਅਪ੍ਰੈਲ ਦਾ ਨਾਂ ਲੈ ਕੇ ਕੇਜਰੀਵਾਲ ਸਾਹਿਬ ਪੰਜਾਬ ਦਾ ਅਪ੍ਰੈਲ ਫੂਲ ਤਾਂ ਨਹੀਂ ਬਣਾ ਗਏ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ, ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਇੱਕ ਮੇਰੀ ਵੀ ਸੁਣੋ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ, ਜਿਸ ਤੇ ਗੱਲਬਾਤ ਕਰਾਂਗੇ ਐਕਸ ਡੀਜੀਪੀ ਸੁਮੇਧ ਸੈਣੀ ਨੂੰ ਲੈ ਕੇ ਜਿਸ ਮਾਮਲੇ ਦੇ ਵਿੱਚ ਵੱਡਾ ਫੈਸਲਾ ਆਇਆ ਉਸ ਤੇ ਚਰਚਾ ਕਰਾਂਗੇ, ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਜੋ ਸਮਝੌਤਾ ਕੀਤਾ ਗਿਆ ਉਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਤੰਜ ਕੱਸੇ ਜਾ ਰਹੇ ਨੇ। ਇਸੇ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਖੁਦਕੁਸ਼ੀਆਂ ਦੇ ਮਾਮਲੇ ਨੂੰ ਲੈ ਕੇ ਕਿ ਲਗਾਤਾਰ ਦੇਖਿਆ ਜਾ ਰਿਹਾ ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਵੀ ਖੁਦਕੁਸ਼ੀਆਂ ਉਸੇ ਤਰੀਕੇ ਨਾਲ ਹੋ ਰਹੀਆਂ ਸੀ ਤੇ ਹੁਣ ਮੌਜੂਦਾ ਸਰਕਾਰ ਦੇ ਸਮੇਂ ਦੇ ਵਿੱਚ ਵੀ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਮੁੱਦੇ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ। ਇਹਨਾਂ ਸਾਰੇ ਮੁੱਦਿਆਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ, ਮਿਹਰਬਾਨੀ ਰੀਨਾ ਜੀ। ਢਿੱਲੋਂ ਜੀ, ਸਭ ਤੋਂ ਪਹਿਲਾਂ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ ਕਿ ਐਕਸ ਡੀਜੀਪੀ ਸੁਮੇਧ ਸਿੰਘ ਸੈਣੀ ਦੇ ਮਾਮਲੇ ਦੇ ਵਿੱਚ ਜੋ ਫੈਸਲਾ ਸੁਣਾਇਆ ਗਿਆ। ਇਹ ਹੁਣੇ ਤਾਜ਼ਾ ਅਪਡੇਟ ਆਈ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਪਦੀ ਰੈਗੂਲਰ ਜ਼ਮਾਨਤ ਮੋਹਾਲੀ ਦੀ ਅਦਾਲਤ ਵਿੱਚ ਪਾਈ ਸੀ, ਸੈਸ਼ਨ ਅਦਾਲਤ ਦੇ ਵਿੱਚ ਜੀ, ਤੇ ਪਤਾ ਲੱਗਿਆ ਕਿ ਸੈਸ਼ਨ ਅਦਾਲਤ ਨੇ ਇਹ ਜਿਹੜੀ ਜ਼ਮਾਨਤ ਹੈ ਉਹ ਖਾਰਜ ਕਰ ਦਿੱਤੀ ਹੈ। ਬਿਲਕੁਲ ਜੀ। ਇਸ ਤੋਂ ਬਾਅਦ ਸੁਮੇਧ ਸਿੰਘ ਸੈਣੀ ਹੋਰੀ ਹੁਣ ਪੰਜਾਬ ਤੇ ਹਰਿਆਣਾ ਉੱਚ ਅਦਾਲਤ 'ਚ ਜਾਣਗੇ। ਸੁਪਰੀਮ ਕੋਰਟ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਸੀ ਕਿ ਸੁਮੇਧ ਸਿੰਘ ਸੈਣੀ ਵਰਗੇ ਬੰਦੇ ਨੂੰ ਬਲੈਂਕਟ ਬੇਲ ਕਿਵੇਂ ਦੇ ਦਿੱਤੀ ਗਈ। ਇਹ ਵੀ ਕਿਵੇਂ ਕਹਿ ਦਿੱਤਾ ਗਿਆ ਕਿ ਉਹਨੂੰ ਪਹਿਲਾਂ ਨੋਟਿਸ ਦੇਣਾ ਪਵੇਗਾ। ਇਹ ਸਾਰੇ ਤੇ ਹੈਰਾਨੀ ਪ੍ਰਗਟ ਕੀਤੀ ਸੀ। ਲੱਗਦਾ ਇਹ ਕਿ ਜਿਹੜੇ ਸਾਬਕਾ ਐਡਵੋਕੇਟ ਜਨਰਲ ਸਾਹਿਬ ਸੀਗੇ, ਉਹਨਾਂ ਲੋਕਾਂ ਨੇ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ। ਸੋ ਕਾਨੂੰਨ ਨੇ ਇਸ ਤਰੀਕੇ ਨਾਲ ਕੰਮ ਕਰਨਾ ਹੁੰਦਾ। ਜਿਹੜਾ ਕੁਝ ਤੁਸੀਂ ਕਾਨੂੰਨ ਦੇ ਸਾਹਮਣੇ ਲੈ ਜਾ ਕੇ ਰੱਖੋਗੇ, ਕਾਨੂੰਨ ਉਸੇ ਤੇ ਹੀ ਕੰਮ ਕਰ ਸਕਦਾ ਹੈ। ਮੈਂ ਯਾਦ ਕਰਾਵਾਂ, ਗੰਗਾ ਜਲ ਫਿਲਮ ਦੇ ਵਿੱਚ ਇਹ ਐਸਪੀ ਹੁੰਦਾ ਹੈ ਅਜੇ ਦੇਵਗਨ, ਭੇਸ ਬਦਲਾ ਕੇ ਬੁਰਕਾ ਪਵਾ ਕੇ ਕਥਿਤ ਦੋਸ਼ੀ ਨੂੰ ਅਦਾਲਤ ਤੱਕ ਲੈ ਆਉਂਦੇ ਆ, ਲੇਕਿਨ ਡਾਇਰੈਕਸ਼ਨ ਹੁੰਦੀ ਹੈ, ਪੈਰ ਦੇ ਵਿੱਚ ਉਹਦੇ ਮਰਦਾਂ ਵਾਲੇ ਬੂਟ ਪਾਏ ਹੋਏ ਸੀ ਜਿੱਥੋਂ ਪਛਾਣਿਆ ਗਿਆ ਕਿ ਬੰਦਾ ਹੈ,
ਬੁਰਕਾ ਪਾ ਕੇ ਲਿਜਾਇਆ ਜਾ ਰਿਹਾ, ਉਹਨਾਂ ਨੇ ਘੇਰ ਲਿਆ। ਤਾਂ ਵਕੀਲ ਸਾਹਿਬਾਨ ਨੂੰ ਕਹਿੰਦਾ ਵਿਲਨ ਦਾ ਪਿਤਾ ਕਿ ਮੇਰੇ ਬੱਚੇ ਨੂੰ ਮਾਰ ਦੇਣਗੇ। ਉਹ ਕਹਿੰਦਾ ਕੁਛ ਨਹੀਂ ਕਰ ਸਕਦੀ, ਜਾਂ ਅਦਾਲਤ ਵੀ ਉਦੋਂ ਹੀ ਫੈਸਲਾ ਕਰ ਸਕਦੀ ਹੈ ਜਦੋਂ ਮਾਮਲਾ ਉਹਦੇ ਸਾਹਮਣੇ ਆਉਂਦਾ ਹੈ। ਅਦਾਲਤ ਕੰਪਲੈਕਸ ਤੋਂ ਬਾਹਰ ਪੁਲਿਸ ਕਿਸੇ ਨੂੰ ਚੱਕ ਕੇ ਰਹਿ ਜੇ, ਕੋਈ ਕੁਛ ਨਹੀਂ ਕਰ ਸਕਦਾ। ਅਸੀਂ ਖਾੜਕੂਬਾਦ ਵੇਲੇ ਬਹੁਤ ਕੁਝ ਦੇਖਿਆ ਕਿ ਕਿਵੇਂ ਅਦਾਲਤਾਂ ਦੇ ਬਰਾਂਡਿਆਂ ਦੇ ਵਿੱਚੋਂ ਇੱਕ ਲੱਤ ਅੰਦਰ ਹੁੰਦੀ ਸੀ, ਇੱਕ ਲੱਤ ਬਾਹਰ ਹੁੰਦੀ ਸੀ। ਪੁਲਿਸ ਵਾਲੇ ਕਿਵੇਂ ਬੰਦੇ ਨੂੰ ਖਿੱਚ ਕੇ ਲੈ ਜਾਇਆ ਕਰਦੇ ਸਨ। ਸੋ ਇਸ ਕੇਸ ਦੇ ਵਿੱਚ ਵੀ ਮਾਨਯੋਗ ਅਦਾਲਤ ਨੇ ਜਿਹੜਾ ਫੈਸਲਾ ਕੀਤਾ, ਇਹਨੂੰ ਚੁਣੌਤੀ ਦੇਣ ਵਾਸਤੇ ਅਗਲਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਦਾ ਰੁਖ ਕਰਨਗੇ ਸੁਮੇਧ ਸਿੰਘ ਸੈਣੀ ਜੀ। ਢਿੱਲੋਂ ਜੀ, ਗੱਲਬਾਤ ਕੀਤੀ ਜਾਵੇ ਜੋ ਹਾਲ ਹੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਲ ਜੋ ਸਮਝੌਤਾ ਹੋਇਆ, ਉਸ ਨੂੰ ਲੈ ਕੇ ਲਗਾਤਾਰ ਇਹ ਮੁੱਦਾ ਗਰਮਾਉਂਦਾ ਜਾ ਰਿਹਾ, ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਤੰਜ ਕੱਸੇ ਜਾ ਰਹੇ ਨੇ। ਜੇਕਰ ਗੱਲ ਕੀਤੀ ਜਾਵੇ ਸੁਖਬੀਰ ਸਿੰਘ ਬਾਦਲ ਦੀ, ਤਾਂ ਉਹਨਾਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਨੇ ਸਾਰਾ ਪੰਜਾਬ ਕੇਜਰੀਵਾਲ ਦੇ ਪੈਰਾਂ ਦੇ ਹੇਠ ਰੱਖ ਦਿੱਤਾ। ਦੇਸ਼ ਵਿੱਚ ਪ੍ਰਧਾਨ ਮੰਤਰੀ ਬਣੇ ਨਰਿੰਦਰ ਮੋਦੀ ਜੀ, ਉਹਨਾਂ ਤੋਂ ਪਹਿਲਾਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ। ਸਾਰੇ ਦੇਸ਼ ਵਿੱਚ ਪ੍ਰਚਾਰ ਕੀਤਾ ਗਿਆ ਸੀ ਕਿ ਗੁਜਰਾਤ ਮਾਡਲ ਅਡਾਪਟ ਕਰਾਇਆ ਜਾਵੇ, ਬਹੁਤ ਵੱਡਾ ਮਾਡਲ ਹੈ। ਇਸ ਵੇਲੇ ਪ੍ਰਧਾਨ ਮੰਤਰੀ ਸਾਹਿਬ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਬਹੁਤ ਗਿਣਤੀ ਰਾਜਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਤੇ ਮੋਦੀ ਸਾਹਿਬ ਕਹਿ ਸਕਦੇ ਆ ਕਿ ਸਾਰੇ ਜਣੇ ਗੁਜਰਾਤ ਮਾਡਲ ਅਪਣਾਓ, ਉੱਥੇ ਜਾ ਕੇ ਸਮਝੌਤੇ ਕਰੋ ਉਹਨਾਂ ਦੇ ਨਾਲ ਜੀ। ਇਹ ਨਵੇਕਲਾ ਕੰਮ ਭਗਵੰਤ ਮਾਨ ਨੇ ਕਿਹੜਾ ਫੜ ਲਿਆ? ਇਹ ਚੀਜ਼ ਤੋਂ ਇਹ ਦਿਖਾਤਾ ਕਿ ਜਿਹੜੇ ਸਾਡੇ ਬਿਊਰੋਕਰੇਟ ਨੇ, ਇਹਨਾਂ ਨੂੰ ਕੱਖ ਨਹੀਂ ਆਉਂਦਾ। ਇਹ ਸ਼ਾਇਦ ਪਹਾੜੇ ਤੇ ਇਕੱਠੇ ਕੀਤੇ ਹੋਏ ਨੇ। ਜੇ ਵੱਡਾ ਦਿਮਾਗ ਹੈ, ਉਹ ਦਿੱਲੀ ਵਾਲੇ ਲਾਲ ਫੀਤਾ ਸ਼ਾਹ ਦਾ ਹੈ, ਕਹਿੰਦੇ ਅਸੀਂ ਸਮਝੌਤਾ ਕਰ ਲਿਆ ਜੀ। ਤੁਸੀਂ ਰਿਫਰੈਸ਼ਰ ਕੋਰਸ ਕਰਾ ਸਕਦੇ ਹੋ ਇਹਨਾਂ ਨੂੰ ਕਿ ਉਹਨਾਂ ਤੋਂ ਆਹ ਮਾਡਲ ਕਿਸੇ ਦਾ ਵੀ ਚੰਗਾ ਹੋ ਸਕਦਾ। ਉਹ ਇਕੱਲੇ ਦਿੱਲੀ ਦਾ ਕਿਉਂ? ਜੇ ਕੋਈ ਚੀਜ਼ ਹਰਿਆਣੇ ਨੇ ਚੰਗੀ ਕੀਤੀ ਹੈ, ਜਿਵੇਂ 5 ਬੰਦਿਆਂ ਨੂੰ ਉਹ ਬੱਸ ਪਰਮਿਟ ਦਿੰਦੇ ਆ ਨੌਜਵਾਨਾਂ ਨੂੰ, ਉਹਨਾਂ ਦੀ ਗੱਲ ਚੰਗੀ ਹੈ। ਕੋਈ ਚੀਜ਼ ਗੁਜਰਾਤ ਦੀ ਵੀ ਚੰਗੀ ਹੋ ਸਕਦੀ ਹੈ, ਕੋਈ ਚੀਜ਼ ਪੰਜਾਬ ਦੀ ਵੀ ਚੰਗੀ ਹੋ ਸਕਦੀ ਹੈ। ਸਾਰੀਆਂ ਚੀਜ਼ਾਂ ਇੱਥੇ ਮਾੜੀਆਂ ਤਾਂ ਨਹੀਂ ਇਕੱਠੀਆਂ ਹੋਈਆਂ ਵੀਆਂ। ਇਹਦਾ ਮਤਲਬ ਇਕੱਲੇ ਇਹ ਜਿਨ੍ਹਾਂ ਬਾਰੇ ਇਹਨਾਂ ਦੇ ਨਾਲ ਰਹਿਣ ਵਾਲੇ ਡਾਕਟਰ ਧਰਮਵੀਰ ਗਾਂਧੀ ਨੇ ਕੀਤਾ ਕਿ 92 ਪੰਜਾਬ ਨੇ ਗੂੰਗੇ ਤੇ ਬੋਲੇ ਚੁਣ ਕੇ ਵਿਧਾਨ ਸਭਾ 'ਚ ਬਹਾ ਦਿੱਤੇ, ਜਿਹੜੇ ਪਿੰਡ ਦਾ ਪੰਚ ਨਹੀਂ ਬਣ ਸਕਦੇ ਜੀ, ਉਹ ਵਿਧਾਨ ਸਭਾ 'ਚ ਪਹੁੰਚ ਗਏ ਨੇ। ਰਿਫਰੈਸ਼ਰ ਕੋਰਸ ਤਾਂ ਇਹਨਾਂ ਨੂੰ ਕਰਾਉਣਾ ਪਊ। ਜਿਹੜੇ ਬਿਊਰੋਕਰੇਟ ਕਿੰਨੇ ਸਾਲ ਦੀਆਂ ਪੜ੍ਹਾਈਆਂ ਕਰਕੇ ਕੰਪੀਟੀਸ਼ਨ ਲੜ ਕੇ ਇਸ ਅਹੁਦੇ ਤੱਕ ਪਹੁੰਚਦੇ ਨੇ, ਪਹਿਲਾਂ ਤਾਂ ਤੁਸੀਂ ਉਹਨਾਂ ਦੇ ਉੱਤੇ ਕਈ ਅਨਪੜ੍ਹ ਬਹਾ ਦਿੱਤੇ ਨੇ। ਇਹ ਗੱਲਾਂ ਕੌੜੀਆਂ ਲੱਗਣਗੀਆਂ। ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਵਾਲ ਚੱਕਿਆ ਜੀ ਕਿ ਪੰਜਾਬ ਦੇ ਅਧਿਕਾਰਾਂ ਨੂੰ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਗੋਡਿਆਂ 'ਚ ਧਰਤਾ। ਜਿਹੜੀ ਗੱਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਸਰਕਾਰ ਰਿਮੋਟ ਨਾਲ ਦਿੱਲੀ ਤੋਂ ਚੱਲੂਗੀ, ਤੁਸੀਂ ਤਾਂ ਸਹੀ ਪਾਤੀ ਉਹਦੇ ਤੇ। ਪਹਿਲਾਂ ਦੱਸੋ ਤਾਂ ਸਹੀ ਪੰਜਾਬ ਨੂੰ ਕਿ ਪੰਜਾਬ ਦਾ ਕਿਹੜਾ ਮਾਡਲ ਤੁਸੀਂ ਦਿੱਲੀ ਤੋਂ ਲਿਆਏ ਹੋ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰਨਾ ਹੈ। ਉਹਦਾ ਬਲੂਪ੍ਰਿੰਟ ਲੋਕਾਂ ਦੀ ਕਚਹਿਰੀ ਦੇ ਵਿੱਚ ਰੱਖੋ। ਤੁਹਾਨੂੰ ਲੱਗਦਾ ਤੁਸੀਂ ਬਹੁਤ ਵੱਡਾ ਕੰਮ ਮਾਰ ਲਿਆ, ਜੇ ਤੁਹਾਨੂੰ ਲੱਗਦਾ ਕਿ ਇਹ ਕੰਮਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਪਾਪੂਲੈਰਿਟੀ ਵੱਧ ਗਈ, ਕਰੋ ਵਿਧਾਨ ਸਭਾ ਭੰਗ, ਦੁਬਾਰਾ ਕਰਾਓ ਚੋਣ, ਤੁਹਾਨੂੰ ਪਤਾ ਲੱਗ ਜੂ ਤੁਸੀਂ ਖੜੇ ਕਿੱਥੇ ਹੋ। ਸਰਦਾਰ ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਆਗੂ, ਉਹ ਸਾਰੇ ਭਗਵੰਤ ਮਾਨ ਦੀ ਇਸ ਗੱਲ ਦੀ ਨੁਕਤਾਚੀਨੀ ਕਰ ਰਹੇ ਨੇ। ਅਜੇ ਤੁਹਾਡਾ ਹਨੀਮੂਨ ਪੀੜ ਹੈ, ਤੁਸੀਂ ਹੁਣੇ ਨੁਕਤਾਚੀਨੀਆਂ ਵਿੱਚ ਪੈ ਗਏ। ਆਮ ਤੌਰ ਤੇ 5ਵੇਂ ਸਾਲ ਜਾ ਕੇ ਲੋਕ ਸੰਘਰਸ਼ ਸਰਕਾਰਾਂ ਦੇ ਖਿਲਾਫ ਕਰਦੇ ਆ। 4 ਸਾਲ ਤਾਂ ਆਸ ਹੁੰਦੀ ਹੈ ਕਿ ਇਹ ਕੁਝ ਨਾ ਕੁਝ ਸਾਨੂੰ ਦੇ ਦੇਣਗੇ, ਇਹ ਕੁਝ ਨਾ ਕੁਝ ਸਾਡੇ ਵਾਸਤੇ ਚੰਗਾ ਕਰ ਦੇਣਗੇ ਜੀ। ਪਰ ਇਹ ਪਹਿਲੇ ਸਾਲ ਹੀ ਤੁਹਾਡਾ 40 ਦਿਨਾਂ 'ਚ ਹੀ ਹਨੀਮੂਨ ਪੀੜ 'ਚ ਇਹ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਬਿਲਕੁਲ ਜੀ। ਪਹਿਲਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਪੁੱਛ ਲਓ ਕਿ ਜਿਹੜਾ ਮਾਡਲ ਤੁਸੀਂ ਲਾਗੂ ਕਰਨ ਜਾ ਰਹੇ ਹੋ, ਪੰਜਾਬ ਦੇ ਲੋਕ ਇਹ ਚਾਹੁੰਦੇ ਨੇ?
ਜਿਨ੍ਹਾਂ ਨੇ ਤੁਹਾਨੂੰ 92 ਸੀਟਾਂ ਦਿੱਤੀਆਂ ਨੇ। ਮਾਨ ਸਾਹਿਬ ਪੰਜਾਬ ਦੀ ਫਿਤਰਤ ਹੈ। ਇਹ ਪੰਜਾਬੀ ਬੱਲੇ ਬੱਲੇ ਵੀ ਬਹੁਤ ਛੇਤੀ ਕਰਾਉਂਦੇ ਆ। ਸਿਮਰਨਜੀਤ ਮਾਨ ਨੂੰ 1999 ਦੇ ਵਿੱਚ ਬਹੁਤ ਗਿਣਤੀ ਲੋਕ ਸਭਾ ਦੀਆਂ ਸੀਟਾਂ ਜਿਤਾ ਕੇ ਭੇਜਤਾ ਸੀ, ਤੇ ਉਸ ਤੋਂ ਬਾਅਦ ਉਹੀ ਮਾਨ ਸੰਗਰੂਰ ਦੀ ਇੱਕ ਸੀਟ ਜਿੱਤ ਸਕਿਆ, ਆਪਦੀ ਪਾਰਟੀ ਨੂੰ ਕੁਝ ਨਹੀਂ ਕਰ ਸਕੇ। ਇਹ ਮੌਕਾ ਕਦੇ ਕਦੇ ਮਿਲਦਾ ਹੈ। ਜੇ ਉਹ ਮੌਕਾ ਜਾਈ ਚਲਿਆ ਜਾਵੇ ਤਾਂ ਮੈਂ ਮਹਿਸੂਸ ਕਰਦਾ, ਕਹਿੰਦੇ ਆ ਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ। ਕਿਰਪਾ ਕਰੋ ਉਹ ਕੰਮ ਕਰ ਦਿਓ ਪੰਜਾਬ ਵਾਸਤੇ, ਜਿਵੇਂ ਤੁਸੀਂ ਪੰਚਾਇਤਾਂ ਦਾ ਜ਼ਮੀਨ ਛਡਾਉਣ ਲੱਗੇ ਹੋ। ਹਰ ਪੰਜਾਬੀ ਤੁਹਾਡੀ ਇਸ ਗੱਲ ਦੇ ਉੱਤੇ ਸ਼ਲਾਘਾ ਕਰਦਾ ਹੈ ਕਿ ਤੁਹਾਡੀ ਸਰਕਾਰ ਇੱਕ ਚੰਗਾ ਕਦਮ ਕਰਨ ਲੱਗੀ ਹੈ। ਜੀ ਜੀ ਸਵਾਲਾਂ ਦੀ ਗੱਲ ਕੀਤੀ ਹੈ ਤਾਂ ਢਿੱਲੋਂ ਜੀ ਦੇਖਿਆ ਜਾ ਰਿਹਾ ਕਿ ਖੁਦਕੁਸ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਆਪ ਸਰਕਾਰ ਦੇ ਰਹਿੰਦੇ ਹੋਏ ਮੌਜੂਦਾ ਸਮੇਂ ਦੇ ਵਿੱਚ ਵੀ ਦੇਖਿਆ ਜਾ ਰਿਹਾ ਕਿ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਵੀ 2 ਖੁਦਕੁਸ਼ੀਆਂ ਹੋ ਗਈਆਂ ਨੇ ਜੀ। ਖੁਦਕੁਸ਼ੀਆਂ ਦੇ ਮਾਮਲੇ ਵਿੱਚ ਕੱਲ ਨਵਜੋਤ ਸਿੰਘ ਸਿੱਧੂ ਨੇ ਅਰਵਿੰਦ ਕੇਜਰੀਵਾਲ ਦਾ ਉਹ ਭਾਸ਼ਣ ਸੁਣਾਇਆ, ਜਿਹਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ 1 ਅਪ੍ਰੈਲ ਤੋਂ ਬਾਅਦ ਕਿਸੇ ਤਰ੍ਹਾਂ ਦੀ ਪੰਜਾਬ 'ਚ ਕੋਈ ਖੁਦਕੁਸ਼ੀ ਨਹੀਂ ਹੋਵੇਗੀ। 1 ਅਪ੍ਰੈਲ ਨੂੰ ਆਪਾਂ ਮੂਰਖਾਂ ਦਾ ਦਿਨ ਕਹਿੰਦੇ ਆ, ਅਸੀਂ ਅਪ੍ਰੈਲ ਫੂਲ ਬਣਾਏ ਜਾਂਦੇ ਆ। ਇਹ ਕਿਤੇ 1 ਅਪ੍ਰੈਲ ਦਾ ਨਾਂ ਲੈ ਕੇ ਕੇਜਰੀਵਾਲ ਸਾਹਿਬ ਪੰਜਾਬ ਦਾ ਅਪ੍ਰੈਲ ਫੂਲ ਤਾਂ ਨਹੀਂ ਬਣਾ ਗਏ। ਸੋ ਲੋਕਾਂ ਦੇ ਵਿੱਚ 14-15 ਖੁਦਕੁਸ਼ੀਆਂ ਇਹ 1 ਅਪ੍ਰੈਲ ਤੋਂ ਬਾਅਦ ਹੋ ਗਈਆਂ ਨੇ। ਜਿਹੜਾ ਅੰਕੜਾ ਰਿਪੋਰਟ ਹੋਇਆ ਹੁਣ ਤੱਕ, ਜੇ ਨਾ ਹੋਇਆ ਹੋਵੇ ਉਹ ਵੱਖਰਾ ਹੈ। ਸੋ ਅਜਿਹੀ ਸਥਿਤੀ ਦੇ ਵਿੱਚ ਅਸੀਂ ਕਿੱਧਰ ਨੂੰ ਚੱਲੇ ਹਾਂ? ਇੱਕ ਕਦਮ ਨੇ ਤੁਸੀਂ ਜਿਹੜਾ ਦਿੱਲੀ, ਗੁਜਰਾਤ ਤੇ ਹਿਮਾਚਲ ਵੱਲ ਤੁਰੇ ਫਿਰਦੇ ਹੋ, ਉਹਦੀ ਥਾਂ ਦੇ ਉੱਤੇ ਇਹ ਹੱਲ ਕਿਸੇ ਹੋਰ ਨੇ ਨਹੀਂ ਦੇਣੇ। ਇਹ ਹੱਲ ਤੁਹਾਨੂੰ ਚੰਡੀਗੜ੍ਹ 'ਚ ਪੰਜਾਬ ਦੇ ਲੋਕਾਂ 'ਚ ਬਹਿ ਕੇ ਲੱਭਣਗੇ। ਕੱਲੇ ਕੱਲੇ ਜ਼ਿਲ੍ਹੇ ਦੇ MLA ਦੀ ਡਿਊਟੀ ਲਾਓ ਕਿ ਖੁਦਕੁਸ਼ੀਆਂ ਕਿਉਂ ਵਾਪਰ ਰਹੀਆਂ ਨੇ, ਇਹਦੀ ਅਸਲੀਅਤ ਲੱਭ ਕੇ ਲਿਆਓ। ਜੀ ਬਿਲਕੁਲ। ਕੱਲਾ ਕਰਜ਼ਾ ਇਹਦਾ ਕਾਰਨ ਨਹੀਂ ਹੈ। ਜਿਹੜੀਆਂ ਵਿਆਹਾਂ ਦੇ ਵਿੱਚ ਫਜ਼ੂਲ ਖਰਚੀਆਂ ਕੀਤੀਆਂ ਨੇ, ਮੁੰਡੇ ਚਿੱਟ ਕੱਪੜੀਏ ਬਣ ਗਏ ਨੇ, ਜੇ ਖੇਤ ਦੇ ਵੱਲ ਜਾਣਾ ਮੋਟਰਸਾਈਕਲ ਤੇ ਜਾਣਾ ਹੈ। ਇਹ ਸੋਚਣਾ ਪਊਗਾ। ਜੇ ਖਰਚੇ ਵਧਾਵਾਂਗੇ, ਅੱਡੀਆਂ ਚੱਕ ਕੇ ਫਾਹਾ ਲਾਵਾਂਗੇ। ਪੰਜਾਬ ਦੇ ਮਸਲਿਆਂ ਦਾ ਹੱਲ ਪੰਜਾਬ 'ਚੋਂ ਲੱਭਣਾ ਹੈ, ਨਾ ਦਿੱਲੀੋਂ ਲੱਭਣਾ ਹੈ, ਨਾ ਗੁਜਰਾਤ ਤੋਂ ਮਿਲਣਾ ਹੈ, ਨਾ ਕਿਤੋਂ ਹੋਰ ਮਿਲਣਾ ਹੈ। ਸੋ ਜੱਜ ਵਿਰੋਧੀ ਧਿਰਾਂ ਨੂੰ ਤੁਹਾਡੇ ਹਨੀਮੂਨ ਪੀੜ ਦੇ ਵਿੱਚ ਹੀ ਤੁਹਾਡੇ ਖਿਲਾਫ ਚਾਂਦਮਾਰੀ ਕਰਨ ਦਾ ਮੌਕਾ ਕਿਉਂ ਦਿੱਤਾ ਤੁਸੀਂ? ਇਹ ਬਹੁਤ ਸੋਚਣ ਵਾਲੀ ਗੱਲ ਹੈ। ਤੇ ਮੇਰਾ ਖਿਆਲ ਹੈ ਕਿ ਸਰਕਾਰ ਦੇ ਜਿਹੜੇ ਸੁਹਿਰਦ ਲੋਕ ਵਿੱਚ ਬੈਠੇ ਨੇ, ਉਹ ਇਸ ਬਾਰੇ ਸੋਚਣ, ਦੇਖਣ। ਇਹ ਜਿਹੜੀ 92 ਗੂੰਗੇ ਬੋਲਿਆਂ ਦੀ ਗੱਲ ਅਸੀਂ ਨਹੀਂ ਕੀਤੀ, ਤੁਹਾਡੇ ਭਾਈਵਾਲ ਪੁਰਾਣੇ ਸਾਥੀ, ਖਾਸ ਕਰ ਮਾਨ ਸਾਹਿਬ ਦੇ ਸਾਥੀ ਜਿਹੜੇ ਪਾਰਲੀਮੈਂਟ 'ਚ ਨਾਲ ਬਹਿੰਦੇ ਸੀ, ਡਾਕਟਰ ਧਰਮਵੀਰ ਗਾਂਧੀ ਨੇ ਕਹੀ ਹੈ। ਜੀ। ਜਿਸ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਦੇ ਵਿੱਚੋਂ ਕਾਟੋ ਕਲੇਸ਼ ਮੁੱਕਣ ਦਾ ਨਾਮ ਨਹੀਂ ਲੈ ਰਿਹਾ, ਉੱਥੇ ਦੂਸਰੇ ਪਾਸੇ ਨਵੇਂ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਜਲਦ ਹੀ ਸਾਰੀ ਕਾਂਗਰਸ ਇੱਕ ਮੰਚ ਤੇ ਹੋਵੇਗੀ। ਉਹ ਕੱਲ ਇਤਿਹਾਸਕ ਗੁਰਦੁਆਰਾ ਸਾਹਿਬ ਛੱਤਿਆਣੇ ਗਏ ਸੀ ਜੀ। ਉਹਨਾਂ ਨੇ ਉੱਥੇ ਵਰਕਰਾਂ ਦੇ ਨਾਲ ਗੱਲਬਾਤ ਕੀਤੀ, ਨਾਲੇ ਗੱਲ ਕਹੀ ਕਿ ਮੈਂ ਇਕੱਲੇ ਇਕੱਲੇ ਦੇ ਘਰ ਜਾ ਰਿਹਾ, ਜਾ ਕੇ ਪੰਜਾਬ ਦੀ ਕਾਂਗਰਸ ਇੱਕ ਮੰਚ ਤੇ ਇਕੱਠੀ ਹੋਈ ਨਜ਼ਰ ਆਵੇਗੀ। ਚੰਗੀ ਗੱਲ ਹੈ ਜੇ ਇੱਕ ਮੰਚ ਤੇ ਲੈ ਆਉਂਗੇ। ਫਿਰ ਆ ਸੁਨੀਲ ਜਾਖੜ ਵਾਲੇ ਮਾਮਲੇ ਦੇ ਵਿੱਚ ਵੀ ਕੇਂਦਰ ਸਰਕਾਰ, ਤੁਹਾਡੀ ਜਿਹੜੀ ਹਾਈ ਕਮਾਨ, ਉਹਨੂੰ ਕਹੋ ਕਿ ਕਾਹਲੀ ਨਾਲ ਫੈਸਲਾ ਨਾ ਕਰੋ। ਜੇ ਉਹਨਾਂ ਨੇ ਜਵਾਬ ਨਹੀਂ ਸੀ ਦਿੱਤਾ ਤਾਂ ਅਨੁਸ਼ਾਸਨੀ ਕਮੇਟੀ ਦਾ ਫਰਜ਼ ਬਣਦਾ ਸੀ ਕਿ ਦੁਬਾਰਾ ਨੋਟਿਸ ਇੱਕ ਵਾਰੀ ਫੇਰ ਭੇਜ ਦਿੰਦੇ। ਮੇਰਾ ਖਿਆਲ ਤੁਸੀਂ ਤਾਂ ਆਪ ਹੀ ਉਹਨਾਂ ਨੂੰ ਕੱਢਣ ਨੂੰ ਤੁਰੇ ਫਿਰਦੇ ਹੋ। ਜੇ ਤੁਸੀਂ ਇਸ ਤਰ੍ਹਾਂ ਬੰਦਿਆਂ ਨੂੰ ਛਾਂਗੋਗੇ ਤੇ ਫਿਰ ਕੱਢੋ ਰਾਣਾ ਗੁਰਜੀਤ ਸਿੰਘ ਨੂੰ, ਜਿਹਦਾ ਮੁੰਡਾ ਲੜਿਆ ਸੀ,
ਕੱਢੋ ਚਰਨਜੀਤ ਸਿੰਘ ਚੰਨੀ ਨੂੰ, ਜਿਹਦਾ ਭਰਾ ਜਾਤ ਤੌਰ ਤੇ ਲੜਿਆ। ਕੱਢੋ ਅਜਾਇਬ ਸਿੰਘ ਭੱਟੀ ਨੂੰ, ਜਿਹਦੀ ਘਰ ਵਾਲੀ ਚੰਨੀ ਸਾਹਿਬ ਦੇ ਮੁਕਾਬਲੇ ਲੜੀ। ਉਹਨਾਂ ਤੇ ਅਨੁਸ਼ਾਸਨ ਤੁਸੀਂ ਕੀ ਕੀਤਾ? ਅਨੁਸ਼ਾਸਨ ਕਿਸੇ ਇੱਕ ਨਾਲ ਨਹੀਂ ਹੁੰਦਾ, ਅਨੁਸ਼ਾਸਨ ਸਾਰਿਆਂ ਤੇ ਕਰਨਾ ਹੁੰਦਾ ਹੈ, ਤੇ ਮੇਰਾ ਖਿਆਲ ਉਹ ਤੁਸੀਂ ਕੀਤਾ ਨਹੀਂ। ਇਹਨਾਂ ਦੀ ਹਾਈ ਕਮਾਂਡ ਨੂੰ, ਵੜਿੰਗ ਸਾਹਿਬ ਤੁਸੀਂ ਜਾਓ, ਤੁਸੀਂ ਜਾ ਕੇ ਹਾਈ ਕਮਾਂਡ ਵਾਲਿਆਂ ਨੂੰ, ਬਾਜਵਾ ਸਾਹਿਬ ਨੂੰ ਨਾਲ ਲੈ ਜਾਓ। ਹੁਣ ਤਾਂ ਉਹਨਾਂ ਨੂੰ ਹੋਰ ਅੱਗੇ ਮੈਂਬਰੀ ਵੀ ਮਿਲ ਗਈ ਹੈ, ਉਹਨਾਂ ਦੀ ਮਾਨ ਇੱਜ਼ਤ ਵਧਿਆ ਹੈਗਾ। ਤੁਸੀਂ ਜਾ ਕੇ ਗੱਲ ਸਮਝਾਓ ਦਿੱਲੀ ਬੈਠਿਆਂ ਨੂੰ। ਪੰਜਾਬ ਦਾ ਮਸਲਾ ਜੇ ਦਿੱਲੀ ਵਾਲਿਆਂ ਨੇ ਹੱਲ ਕੀਤਾ ਹੁੰਦਾ ਤਾਂ ਅੱਜ ਦਿੱਲੀ ਸਾਰੇ ਰਾਜਾਂ 'ਚੋਂ ਸੁੰਗੜ ਦੀ ਤੁਰੀ ਜਾਂਦੀ ਹੈ। ਕਾਂਗਰਸ ਇਹ ਸੁੰਗੜ ਦੀ ਨਹੀਂ ਸੀ। ਜੇ ਸਹੀ ਰੂਪ ਦੇ ਵਿੱਚ ਤੁਸੀਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣ ਤੋਂ ਬਾਅਦ ਸਰਕਾਰ ਚਲਾਈ ਹੁੰਦੀ, ਤੁਸੀਂ ਇੱਕ ਦੂਜੇ ਪਾਸੇ ਨੂੰ ਖਿੱਚਿਆ ਨਾ ਹੁੰਦਾ, ਕੋਈ ਕਿਸੇ ਦਿਸ਼ਾ 'ਚ, ਕੋਈ ਕਿਸੇ ਦਿਸ਼ਾ 'ਚ, ਕੋਈ ਕਿਸੇ ਦਿਸ਼ਾ 'ਚ, ਤੁਸੀਂ ਇਕੱਠੇ ਹੋ ਕੇ ਸਿਰ ਜੋੜ ਕੇ ਕੰਮ ਕੀਤਾ ਹੁੰਦਾ ਤਾਂ ਅੱਜ ਤੁਹਾਨੂੰ ਆਹ ਦਿਨ ਨਾ ਦੇਖਣੇ ਪੈਂਦੇ। ਜੀ ਢਿੱਲੋਂ ਜੀ, ਗੱਲਬਾਤ ਕੀਤੀ ਜਾਵੇ ਥਾਣਾ ਛਾਜਲੀ ਦੀ ਤਾਂ ਉਸ ਨੂੰ ਸਰਬ ਉੱਤਮ ਸਟੇਸ਼ਨ ਦਾ ਅਵਾਰਡ ਪ੍ਰਾਪਤ ਹੋਇਆ। ਇਹ ਸਰਬ ਉੱਤਮ ਪੁਲਿਸ ਸਟੇਸ਼ਨ ਦਾ ਅਵਾਰਡ ਮਿਲਿਆ ਉਹਨਾਂ ਨੂੰ ਜੀ, ਜਿਹੜੇ ਸਾਡੇ ਡੀਜੀਪੀ ਨੇ ਮੈਡਮ ਸ਼ਸ਼ੀ ਪ੍ਰਭਾ, ਉਹਨਾਂ ਵੱਲੋਂ ਪ੍ਰਦਾਨ ਕੀਤਾ ਗਿਆ। ਕਿਹਾ ਜਾ ਰਿਹਾ ਕਿ ਉਹਨਾਂ ਦਾ ਸਾਈਬਰ ਸਿਸਟਮ, ਉਹਨਾਂ ਦਾ ਤਫਤੀਸ਼, ਲੋਕਾਂ ਦੇ ਨਾਲ ਵਿਵਹਾਰ, ਕਹਿੰਦੇ ਆ ਵੀ ਗੁਰੂ ਜਿਨ੍ਹਾਂ ਦੇ ਸੱਖਣੇ ਚੇਲੇ ਜਾਣ ਸੜੱਪ। ਸੰਗਰੂਰ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਸਰਦਾਰ ਮਨਦੀਪ ਸਿੰਘ ਸਿੱਧੂ, ਸਰਦਾਰ ਮਨਦੀਪ ਸਿੰਘ ਸਿੱਧੂ ਜਿੱਥੇ ਵੀ ਰਹੇ ਨੇ ਇੱਕ ਮਿਸਾਲ ਬਣ ਕੇ ਰਹੇ ਨੇ। ਉਹਨਾਂ ਦੀ ਇਮਾਨਦਾਰੀ ਤੇ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ। ਉਹਨਾਂ ਦੀ ਡੈਡੀਕੇਸ਼ਨ ਤੇ ਜਿਹੜੇ 3 ਡੀ ਕਾਂਗਰਸ ਨੂੰ ਦਿੱਤੇ ਨੇ ਰਾਜਾ ਵੜਿੰਗ ਨੇ, ਸਿੱਧੂ ਸਾਹਿਬ ਦੇ ਵਿੱਚ 3 ਦੀ ਬਜਾਏ 4 ਡੀ ਨੇ। ਤੁਸੀਂ ਪੁੱਛੋਗੇ ਚੌਥਾ ਡੀ ਕਿਹੜਾ ਹੈ? ਉਹ ਜਿਹੜੇ ਡਿਸਟ੍ਰਿਕਟ 'ਚ ਜਾਂਦੇ ਨੇ ਉਹ ਡਿਸਟ੍ਰਿਕਟ ਨੂੰ ਬਾਖੂਬੀ ਚਲਾਉਣਾ ਜਾਣਦੇ ਨੇ। ਸੋ ਅੱਜ ਦੀ ਸਥਿਤੀ ਦੇ ਵਿੱਚ ਥਾਣਾ ਛਾਜਲੀ ਨੂੰ ਸਰਵੋਤਮ ਪੁਲਿਸ ਸਟੇਸ਼ਨ ਦਾ ਪੁਰਸਕਾਰ ਮਿਲ ਜਾਣਾ, ਮੈਂ ਉੱਥੋਂ ਦੇ ਡੀਐਸਪੀ ਸਾਹਿਬ, ਉੱਥੋਂ ਦੇ ਥਾਣਾ ਮੁਖੀ, ਸਮੁੱਚਾ ਸਟਾਫ ਤੇ ਖਾਸ ਕਰ ਮਨਦੀਪ ਸਿੰਘ ਸਿੱਧੂ ਹੋਰਾਂ ਨੂੰ ਵਧਾਈ ਦਿੰਦਾ, ਜਿਨ੍ਹਾਂ ਨੇ ਦੀ ਅਗਵਾਈ ਦੇ ਵਿੱਚ ਇਸ ਪੁਲਿਸ ਸਟੇਸ਼ਨ ਨੂੰ ਇਹ ਅਵਾਰਡ ਮਿਲਿਆ। ਤੇ ਮੈਂ ਸਮਝਦਾ ਕਿ ਪੰਜਾਬ ਦੇ ਬਾਕੀ ਥਾਣਾ ਮੁਖੀਆਂ ਨੂੰ ਵੀ ਉਸ ਥਾਣੇ ਦਾ ਵਿਜ਼ਿਟ ਕਰਨਾ ਚਾਹੀਦਾ ਹੈ ਤੇ ਵੇਖਣਾ ਚਾਹੀਦਾ ਆ ਕੇ ਕਿ ਉਹਨਾਂ ਨੇ ਕਿਹੜਾ ਕਿਹੜਾ ਸੁਧਾਰ ਕੀਤਾ। ਕਹਿੰਦੇ ਇੰਸਪੈਕਟਰ ਜਿਹੜੇ ਉੱਥੇ ਥਾਣੇਦਾਰ ਨੇ ਦਵਿੰਦਰ ਸਿੰਘ, ਉਹਨਾਂ ਦਾ ਵਿਵਹਾਰ ਵੀ ਲੋਕਾਂ ਦੇ ਨਾਲ ਬਹੁਤ ਵਧੀਆ ਹੈਗਾ। ਚੰਗੇ ਬੰਦੇ ਨੂੰ ਜੇ ਥਾਣੇ 'ਚ ਆਏ ਕੁਰਸੀ ਮਿਲੇ, ਉਹਨੂੰ ਚਾਹ ਪਾਣੀ ਪਿਆਇਆ ਜਾਵੇ ਤੇ ਮਾੜੇ ਨੂੰ ਡੰਡਾ ਮਿਲੇ, ਇਹੀ ਅਸਲੀ ਐਸਐਚਓ ਦੀ ਨਿਸ਼ਾਨੀ ਹੁੰਦੀ ਹੈ। ਜੇਕਰ ਗੱਲਬਾਤ ਕੀਤੀ ਜਾਵੇ ਨਸ਼ੇ ਦੇ ਮੁੱਦੇ ਨੂੰ ਲੈ ਕੇ ਤਾਂ ਦੇਖਿਆ ਜਾਂਦਾ ਕਿ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨਸ਼ਾ ਫੈਲਦਾ ਜਾ ਰਿਹਾ। ਹਾਲਾਂਕਿ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਕਾਰਵਾਈ ਤਾਂ ਕੀਤੀ ਜਾ ਰਹੀ ਹੈ। ਹਾਲ ਦੇ ਵਿੱਚ ਕਾਂਡਲਾ ਬੰਦਰਗਾਹ ਤੇ ਫੜੀ ਗਈ 1439 ਕਰੋੜ ਦੀ ਹੈਰੋਇਨ ਦਾ ਜਿਹੜਾ ਦਰਾਮਦਕਾਰ ਸੀ, ਉਸ ਨੂੰ ਪੰਜਾਬ ਤੋਂ ਕਾਬੂ ਕੀਤਾ। ਅਜੇ ਤੱਕ ਉਹਦੀ ਪਛਾਣ ਨਹੀਂ ਦੱਸੀ ਪੁਲਿਸ ਨੇ ਜੀ। ਉਹਦਾ ਪੰਜਾਬ ਦੇ ਨਾਲ ਕੀ ਲਿੰਕ ਸੀ, ਕੀ ਉਹ ਪੰਜਾਬ ਦਾ ਰਹਿਣ ਵਾਲਾ? ਇੱਕ ਕੰਟੇਨਰ ਤਾਂ ਕਾਂਡਲਾ ਬੰਦਰਗਾਹ ਤੇ ਪਏ ਸੀ, ਤਵੇਲੇ ਦੀ ਬਲਾ ਬਸ਼ੇਰੇ ਦੇ ਗਲ। ਜੇ ਨਰਿੰਦਰ ਤੋਮਰ ਕਹਿੰਦਾ ਹੈਗਾ ਕਿ ਖਾਦਾਂ ਦੀ ਵੱਧ ਕਰਤੀ, ਉਹ ਪੰਜਾਬ ਨੇ ਕਰਤੀ। ਜੇ ਕੋਈ ਵੱਡਾ ਤਸਕਰ ਮਿਲਦਾ ਹੈ, ਉਹਦੇ ਜੇ ਪੰਜਾਬ ਦੇ ਨਾਲ ਸੱਚੀ ਮੁੱਚੀ ਜਿੱਡੇ ਵਰਜੀ, ਉਹਦੀ ਪਛਾਣ ਕਿਉਂ ਨਹੀਂ ਦੱਸੀ ਗਈ? ਕਿਸੇ ਵੱਡੇ ਅਧਿਕਾਰੀ ਦੇ ਨਾਲ ਉਹਦੀ ਗੱਲਬਾਤ ਹੈ, ਕਿਸੇ ਵੱਡੇ ਸਿਆਸਤਦਾਨ ਦੀ ਸਰਪ੍ਰਸਤੀ ਹੈ, ਇਹ ਉਹਦੀ ਪਛਾਣ ਦੱਸਣੀ ਚਾਹੀਦੀ ਹੈ। ਪਹਿਲਾਂ ਵੀ ਕਾਂਡਲਾ ਤੋਂ ਇੱਕ ਵਾਰੀ ਇਸ ਬੰਦਰਗਾਹ ਤੋਂ, ਜਿਹੜੀ ਅਡਾਨੀਆਂ ਦੀ ਬੰਦਰਗਾਹ, ਉੱਥੋਂ ਨਸ਼ਾ ਮਿਲਿਆ ਸੀ। ਉਹਦੀਆਂ ਤਾਰਾਂ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੁੜੀਆਂ ਸੀ। ਜਾ ਕੇ ਇਹਨਾਂ ਦੀਆਂ ਤਾਰਾਂ ਕਿੱਥੇ ਕਿੱਥੇ ਜੁੜੀਆਂ ਨੇ, ਕੀ ਕੌਮੀ ਪੱਧਰ ਤੇ ਨੇ ਜਾਂ ਕੌਮਾਂਤਰੀ ਪੱਧਰ ਤੇ ਨੇ, ਇਹ ਵਿਚਾਰਨ ਵਾਲੀ ਗੱਲ ਹੈ। ਸੋ ਜਿਹੜਾ ਇਹ ਉੱਥੇ ਜਾ ਕੇ ਲੱਗਿਆ, ਉਹਦੀ ਪਛਾਣ ਦੱਸਣੀ ਪਊ ਕਿ ਉਹਦਾ ਪੰਜਾਬ ਨਾਲ ਕੀ ਸੰਬੰਧ ਹੈ, ਕਿਹੜੇ ਸਿਆਸੀ ਘਰਾਣੇ ਨਾਲ ਸੰਬੰਧ ਹੈ, ਕਿਹੜੇ ਪੁਲਿਸ ਅਧਿਕਾਰੀ ਨਾਲ ਸੰਬੰਧ ਹੈ। ਕਿਸੇ ਨਾ ਕਿਸੇ ਨਾਲ ਜ਼ਰੂਰ ਹੋਏਗਾ। ਐਵੇਂ ਐਡੇ ਵੱਡੇ ਤਸਕਰ ਦੀਆਂ ਜਿਹੜੀਆਂ ਇੱਥੋਂ ਤੱਕ ਨਹੀਂ ਜੁੜਦੀਆਂ। ਇਸੇ ਕਰਕੇ ਤਾਂ ਉਸ ਵੇਲੇ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਦਿਆਲ ਸਿੰਘ ਮਾਨ ਨੇ ਇਹ ਜਗਦੀਸ਼ ਭੋਲੇ ਵਰਗੇ ਦੇ ਕੇਸ ਨੂੰ ਚੱਕਿਆ ਸੀ, ਪਰ ਉਹ ਸਮੇਂ ਦੀ ਸਰਕਾਰ ਨੇ ਉਹਨੂੰ ਸੰਭਾਲਿਆ ਨਹੀਂ। ਉਹਦਾ ਖਮਿਆਜਾ ਅੱਜ ਬਿਕਰਮ ਸਿੰਘ ਮਜੀਠੀਆ ਦੇ ਰੂਪ ਦੇ ਵਿੱਚ
ਭੁਗਤਣਾ ਪੈ ਰਿਹਾ ਹੈ। ਜੇ ਗੱਲ ਕੀਤੀ ਜਾਵੇ ਕਿਸਾਨਾਂ ਦੀ, ਤਾਂ ਕਿਸਾਨ ਦੀ ਆਮਦਨ ਦੁੱਗਣੀ ਹੋਣ ਦੇ ਕੀ ਸੰਭਾਵਨਾ ਜਤਾਈ ਜਾ ਸਕਦੀ ਹੈ 2023 ਦੇ ਅੰਤ ਦੀ ਜੇਕਰ ਗੱਲ ਕੀਤੀ ਜਾਵੇ? ਕਿਹਾ ਜਾ ਰਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਆ, ਮੋਦੀ ਸਾਹਿਬ ਕਹਿੰਦੇ ਸੀ ਜੀ। 2022 ਦੇ ਆਉਂਦਿਆਂ ਡੀਜ਼ਲ, ਪੈਟਰੋਲ, ਗੈਸ, CNG ਇਹਨਾਂ ਦੀਆਂ ਕੀਮਤਾਂ ਦੁੱਗਣੇ ਤੋਂ ਵੀ ਵੱਧ ਗਈਆਂ ਨੇ ਜੀ। ਕਹਿੰਦੇ 14-15 ਦੇ ਵਿੱਚ 96,703 ਇੱਕ ਕਿਸਾਨ ਦੀ ਆਮਦਨ ਆ ਔਸਤਨ ਸਾਲ ਦੀ। ਜੇ ਇਹਨੂੰ ਦੁੱਗਣਾ ਕਰਨਾ, ਭਾਵ ਟੀਚਾ ਮਿੱਥਿਆ 22-23 ਦੇ ਵਿੱਚ ਕਿ 2,19,724 ਰੁਪਏ ਕੀਤਾ ਜਾਵੇਗਾ, ਇਹਦਾ ਖਦਸ਼ਾ ਪ੍ਰਗਟਾਇਆ ਮਾਹਰਾਂ ਨੇ, ਖਾਸ ਕਰ ਡਾਕਟਰ SM ਮਹਿੰਦਰ ਨੇ। ਉਹ ਕਹਿੰਦੇ ਕਿ ਸਾਲਾਨਾ 10.4% ਜੇ ਦਰ ਵਧੇ ਤਾਂ ਇਹ ਜਾ ਕੇ ਦੁੱਗਣੀ ਹੋ ਸਕਦੀ ਹੈ, ਪਰ ਜਿਹੜੀ ਵਾਧਾ ਦਰ ਹੈ ਉਹ ਤਾਂ 3.5% ਆ, ਤੀਜਾ ਹਿੱਸਾ ਹੈ। ਇਹ ਕਿਵੇਂ ਸੰਭਵ ਹੋ ਸਕਦਾ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾ ਸਕਦੀ ਹੈ? 22 ਦੇ 4 ਮਹੀਨੇ ਲੰਘ ਗਏ, ਮਹੀਨੇ ਰਹਿ ਗਏ 8। ਉਹ ਮੋਦੀ ਸਾਹਿਬ ਕੋਲੇ ਜਾਂ ਨਰਿੰਦਰ ਤੋਮਰ ਕੋਲੇ ਕਿਹੜਾ ਫਾਰਮੂਲਾ ਹੈ ਜਿਹਦੇ ਨਾਲ ਉਹ ਕਿਸਾਨਾਂ ਦੀ ਆਮਦਨ ਦੁੱਗਣੇ ਕਰਨ ਵਾਲੇ ਪਾਸੇ ਤੁਰਨਗੇ? ਜੀ ਜੀ। ਢਿੱਲੋਂ ਜੀ, ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਜਿਹੜੀ ਰੱਦ ਕੀਤੀ ਗਈ, ਉਸ ਤੋਂ ਬਾਅਦ ਪੀੜਤ ਪਰਿਵਾਰਾਂ ਦਾ ਜਿਹੜਾ ਬਿਆਨ ਸਾਹਮਣੇ ਆਇਆ, ਉਹਨਾਂ ਨੇ ਭਰੋਸਾ ਜਤਾਇਆ ਕਿ ਸਾਨੂੰ ਜਿਹੜਾ ਨਿਆਂ ਉਹ ਮਿਲੇਗਾ। ਇਹ 'ਚ ਕੋਈ ਸ਼ੱਕ ਨਹੀਂ ਜੀ। ਸਾਡੇ ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ NB ਰਮੰਨਾ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਉਹ ਦਰਬਾਰ ਸਾਹਿਬ ਆ ਕੇ ਗਏ ਨੇ ਜੀ। ਉਹਨਾਂ ਨੇ ਉੱਥੇ ਵੀ ਗੱਲ ਕੀਤੀ ਆ ਕੇ। ਉਹ ਕਈ ਗੱਲਾਂ ਬਹੁਤ ਉੱਚੀਆਂ ਕਰ ਰਹੇ ਨੇ, ਸ਼ਹਿਰੀ ਉਜਰਤ ਵਾਲੀ ਗੱਲ ਕੀਤੀ। ਅੱਜ ਉਹਨਾਂ ਦਾ ਬਿਆਨ ਛਕਿਆ ਕਿ ਜਿਹੜੀਆਂ ਨਜਾਇਜ਼ ਕਲੋਨੀਆਂ ਉਸਰ ਰਹੀਆਂ ਨੇ, ਇਹ ਵਿਕਾਸੀ ਦਰ ਦੇ ਵਿੱਚ ਬਹੁਤ ਵੱਡੀ ਗੈਰ ਕਾਨੂੰਨੀ ਕਲੋਨੀਆਂ, ਇਹ ਦੇਸ਼ ਦੇ ਵਿਕਾਸ ਢਾਂਚੇ ਦਾ ਬਹੁਤ ਵੱਡੀ ਖੜੋਤ ਹੈ। ਉਹਨਾਂ ਨੇ ਕਾਫੀ ਇਹਦੇ ਤੇ ਗੱਲ ਕੀਤੀ ਹੈ। ਇਹ ਰਮੰਨਾ ਸਾਹਿਬ ਦੀ ਸਖਤੀ ਕਾਰਨ ਹੀ ਜੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਹੋਈ ਹੈ। ਬਹੁਤ ਸਾਰੇ ਕਿਸਾਨ ਆਗੂ ਉੱਥੇ ਗਏ ਹੋਏ ਨੇ, ਜਿਨ੍ਹਾਂ ਵਿੱਚ ਗੁਰਨਾਮ ਸਿੰਘ ਚੜੂਨੀ, ਮਨਜੀਤ ਸਿੰਘ ਰਾਏ ਤੇ ਹੋਰ। ਉਹ ਕਹਿੰਦੇ ਵੀ ਇਸ ਕਦਮ ਦੇ ਨਾਲ ਜਿਹੜਾ ਇਹ ਦੁਬਾਰਾ ਅੰਦਰ ਚਲਿਆ ਗਿਆ, ਬਾਹਰ ਦੰਦਨਾਉਂਦਾ ਤੁਰਿਆ ਫਿਰਦਾ ਸੀ, ਇਹਦੇ ਨਾਲ ਕਾਨੂੰਨ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ। ਅੱਜ ਲੋੜ ਹੈ NB ਰਮੰਨਾ ਸਾਹਿਬ ਵਰਗੇ ਜੱਜ ਸਾਹਿਬਾਨ ਦੀ, ਜਸਟਿਸ ਸੂਰਿਆਕਾਂਤ, ਜਸਟਿਸ ਹਿਮਾ ਕੋਹਲੀ, ਤੇ ਦੂਜੇ ਪਾਸੇ ਕਈ ਇਹੋ ਜਿਹੇ ਵੀ ਹੈ ਮੁੱਖ ਜੱਜ ਰਿਟਾਇਰ ਹੋਣ ਤੋਂ ਬਾਅਦ ਵੀ ਇਹਨਾਂ ਸਿਆਸੀ ਆਗੂਆਂ ਦੇ ਤਲਬੇ ਚੱਟ ਕੇ ਰਾਜ ਸਭਾ 'ਚ ਜਾ ਬੈਠੇ। ਫਰਕ ਹੈ ਦੋਨਾਂ 'ਚ। ਅੱਜ ਉਹਨਾਂ ਨਿਆਂਇਕ ਅਧਿਕਾਰੀਆਂ ਨੂੰ ਦੇਖਣਾ ਪਊਗਾ, ਉਹਨਾਂ ਨੂੰ ਸੋਚਣਾ ਪਊਗਾ ਜਿਨ੍ਹਾਂ ਦੇ ਫੈਸਲਿਆਂ ਤੇ ਕਿੰਤੂ ਪਰੰਤੂ ਹੁੰਦੇ ਨੇ। ਤੇ ਰਮੰਨਾ ਸਾਹਿਬ ਦਾ ਜਿਹੜਾ ਇਹ ਫੈਸਲਾ ਹੋਇਆ, ਉਹਨਾਂ ਨੇ ਕਮੇਟੀ ਵੀ ਬਣਾਈ, ਕਮੇਟੀ ਨੇ ਵੀ ਸਿਫਾਰਿਸ਼ ਕੀਤੀ ਕਿ ਇਸ ਬੰਦੇ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ, ਜਿਹਦੇ ਆਧਾਰ ਦੇ ਉੱਤੇ ਦੁਬਾਰਾ ਆਸ਼ੀਸ਼ ਮਿਸ਼ਰਾ ਆਪਦੀ ਅਸਲ ਥਾਂ ਤੇ ਪਹੁੰਚ ਗਿਆ। ਉੱਥੋਂ ਦੇ ਜਿਹੜੇ ਲੋਕ ਸੀਗੇ, ਪੀੜਤ ਪਰਿਵਾਰ ਸੀ, ਨਛੱਤਰ ਸਿੰਘ ਹੋਰਾਂ ਦਾ ਪਰਿਵਾਰ, ਉਹ ਸਾਰੇ ਇਸ ਗੱਲ ਦੇ ਵਿੱਚ ਖੁਸ਼ ਨੇ। ਉਹਨਾਂ ਨੂੰ ਤਸੱਲੀ ਹੋਈ ਹੈ ਕਿ ਜਿਹੜਾ ਕਥਿਤ ਦੋਸ਼ੀ ਹੈ ਉਹ ਘੱਟੋ ਘੱਟ ਆਪਦੇ ਸਹੀ ਸਥਾਨ ਤੇ ਪਹੁੰਚਿਆ। ਤੇ ਸਾਨੂੰ ਆਸ ਹੈ ਕਿ ਅੱਗੇ ਵੀ ਇਸ ਮਾਮਲੇ ਦੇ ਵਿੱਚ 5 ਕਤਲਾਂ ਦਾ ਮਾਮਲਾ ਹੈ, ਇਹਦੇ 'ਚ ਅਦਾਲਤਾਂ ਵੱਲੋਂ ਇਨਸਾਫ ਹੀ ਮਿਲੇਗਾ। ਜੀ ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਨਾਲ ਸਾਂਝੇ ਕੀਤੀਆਂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦੇ ਇਜਾਜ਼ਤ, ਧੰਨਵਾਦ।